ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसी देख रहे हो पंजाब मेल यूएसए टीवी। मैं परुण कौर मान खबरां दे बुलेटिन च तुहाडा स्वागत। पेश ने पहला चोण दीआं खबरां। अमरीका दे मिनेसोटा राज विच गैर कानूनी प्रवासी ड्राइविंग लाइसेंस बनाउण दे लई अगले महीने तो दे सकणगे दरखास्तां। इंतजार खत्म, 3.5 सालां बाद मुड़ खुलेगा बठिंडा एयरपोर्ट। दसांगे कदों भरी जावेगी पहली फ्लाइट। बाइडन दे वल्लों वियतनाम नाल दुबल्ले संबंधां बारे चर्चा। भर्ती च दाड़ी संबंधी फैसले नूं मुड़ विचारेगी न्यूयॉर्क पुलिस। भारती विदेश मंत्रालय नूं भेजिया गया पत्र। 9/11 दी 22ਵੀਂ बरसी ते अमरीका विच वख-वख प्रोग्राम आयोजित। बाइडन पुजे अलास्का। 9/11 हमलियां च मारे गए 2 लोकां दी 22 साल बाद होई पछाण। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਮਿਨੇਸੋਟਾ ਰਾਜ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਤਕਰੀਬਨ 81,000 ਪ੍ਰਵਾਸੀ ਅਗਲੇ ਮਹੀਨੇ ਤੋਂ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਦਰਖਾਸਤਾਂ ਦੇ ਸਕਣਗੇ। ਇਹ ਐਲਾਨ ਸਟੇਟ ਡਿਪਾਰਟਮੈਂਟ ਪਬਲਿਕ ਸੇਫਟੀ ਨੇ ਕੀਤਾ ਹੈ। ਇੱਕ ਜਾਰੀ ਪ੍ਰੈਸ ਬਿਆਨ ਦੇ ਵਿੱਚ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਮਿਨੇਸੋਟਾ ਡਰਾਈਵਰਸ ਦਾ ਲਾਇਸੈਂਸ ਫਾਰ ਆਲ ਪ੍ਰੋਗਰਾਮ ਦੀ ਸ਼ੁਰੂਆਤ 1 ਅਕਤੂਬਰ ਤੋਂ ਹੋਏਗੀ। ਜਾਰੀ ਬਿਆਨ ਦੇ ਵਿੱਚ ਮਿਨੇਸੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਡਰਾਈਵਰ ਐਂਡ ਵਹੀਕਲ ਸਰਵਿਸਿਜ਼ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਅਸੀਂ ਅਮਰੀਕਾ ਦੇ ਵਿੱਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ ਸਮੇਤ ਰਾਜ ਦੇ ਹੋਰ ਵਾਸੀਆਂ ਕੋਲੋਂ ਡਰਾਈਵਰ ਲਾਇਸੈਂਸ ਬਣਾਉਣ ਦੇ ਲਈ ਦਰਖਾਸਤਾਂ ਲੈਣੀਆਂ ਸ਼ੁਰੂ ਕਰ ਰਹੇ ਹਾਂ। ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਈਵਿੰਗ ਲਾਇਸੈਂਸ ਦੇ ਲਈ ਦਰਖਾਸਤ ਦੇਣ ਵਾਸਤੇ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿਣ ਸੰਬੰਧੀ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੋਏਗੀ। ਸਿਆਂਗ ਨੇ ਕਿਹਾ ਹੈ ਕਿ ਉਹ ਸਮਝਦੇ ਨੇ ਕਿ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਹੋਣ ਦੀ ਕਿੰਨੀ ਅਹਿਮੀਅਤ ਹੈ। ਡਰਾਈਵਿੰਗ ਲਾਇਸੈਂਸ ਦੇ ਨਾਲ ਕੋਈ ਵਿਅਕਤੀ ਰੁਜ਼ਗਾਰ ਤੇ ਲੱਗ ਸਕਦਾ ਹੈ ਤੇ ਉਹ ਹਰ ਖੇਤਰ ਵਿੱਚ ਆਜ਼ਾਦੀ ਨਾਲ ਵਿਚਰ ਸਕਦਾ ਹੈ। ਜਾਰੀ ਬਿਆਨ ਦੇ ਅਨੁਸਾਰ ਮਿਨੇਸੋਟਾ ਦੇ ਗਵਰਨਰ ਟਿਮ ਨੇ ਇੱਕ ਬਿੱਲ ਉੱਪਰ ਇਸ ਸਾਲ ਮਾਰਚ ਵਿੱਚ ਦਸਤਖਤ ਕਰ ਦਿੱਤੇ ਸੀ, ਜਿਸ ਤਹਿਤ ਸਾਰਿਆਂ ਲਈ ਡਰਾਈਵਿੰਗ ਲਾਇਸੈਂਸ ਦਾ ਰਾਹ ਖੋਲ ਦਿੱਤਾ ਗਿਆ ਹੈ। 3.5 ਸਾਲਾਂ ਤੋਂ ਬੰਦ ਪਿਆ ਬਠਿੰਡਾ ਹਵਾਈ ਅੱਡਾ ਬੁੱਧਵਾਰ ਤੋਂ ਖੁੱਲੇਗਾ। ਬਠਿੰਡਾ ਤੋਂ ਦਿੱਲੀ ਲਈ ਦੁਪਹਿਰ 12:30 ਵਜੇ ਜਹਾਜ਼ ਉਡਾਣ ਭਰੇਗਾ। ਇਹ ਫਲਾਈਟ 1 ਘੰਟੇ 40 ਮਿੰਟ ਬਾਅਦ ਦੁਪਹਿਰ 2:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਦਿੱਲੀ ਤੋਂ ਉਡਾਣ ਦਾ ਸਮਾਂ ਸਵੇਰੇ 10:30 ਵਜੇ ਦਾ ਹੈ, ਜਦੋਂ ਕਿ 12:10 ਤੇ ਇਹ ਫਲਾਈਟ ਬਠਿੰਡਾ ਵਿੱਚ ਉਤਰੇਗੀ, ਜਦੋਂ ਕਿ ਫਲਾਈਟ ਦਾ ਕਿਰਾਇਆ 1000 ਰੁਪਏ ਰੱਖਿਆ ਗਿਆ ਹੈ। ਇਹ ਫਲਾਈਟ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੇ ਜਾਏਗੀ। ਸੂਤਰਾਂ ਦੇ ਮੁਤਾਬਕ ਇਹ ਉਡਾਣ ਪਹਿਲਾਂ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਣੀ ਸੀ। ਇਸ ਦੇ ਲਈ ਸੀਐਮ ਦੇ ਆਉਣ ਦਾ ਪ੍ਰੋਗਰਾਮ ਵੀ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਸ਼ੈਡਿਊਲ ਮੁਲਤਵੀ ਕਰ ਦਿੱਤਾ ਗਿਆ। ਹੁਣ ਇਹ ਉਡਾਣ ਬੁੱਧਵਾਰ ਨੂੰ ਚੱਲੇਗੀ, ਜਿਸ ਦੀ ਸ਼ੁਰੂਆਤ ਵਿੱਚ ਸੀਐਮ ਭਗਵੰਤ ਮਾਨ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਦਰਅਸਲ ਲੁਧਿਆਣਾ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਨੇ ਫਲਾਈਟ ਸ਼ੁਰੂ ਕਰਵਾਈ ਸੀ, ਜਿਸ ਤੋਂ ਬਾਅਦ ਕਰੋਨਾ ਤੋਂ ਬਾਅਦ ਬੰਦ ਕੀਤੇ ਗਏ ਬਠਿੰਡਾ ਦੇ 에ਅਰਪੋਰਟ ਨੂੰ ਵੀ ਖੋਲਣ ਦੀ ਤਿਆਰੀ ਕਰ ਲਈ ਗਈ ਸੀ, ਜਦੋਂ ਕਿ ਅਜਿਹਾ ਕਰਕੇ ਸਰਕਾਰ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਫਾਇਦਾ ਉਠਾਉਣਾ ਚਾਹੁੰਦੀ ਹੋਏਗੀ। ਇਹ ਤਾਂ ਹੁਣ ਇਹ ਵਿਰੋਧੀ ਧਿਰ ਦੱਸੇਗੀ। ਸੂਤਰਾਂ ਦੇ ਅਨੁਸਾਰ ਫਲਾਈਟ ਸ਼ੁਰੂ ਕਰਨ ਦੇ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੀ ਇੱਥੇ ਆਉਣ ਦੀ ਸੰਭਾਵਨਾ ਹੈ। ਪਹਿਲਾਂ ਜਹਾਜ਼ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਜਾਂਦੇ ਸੀ, ਜੋ ਕਿ ਕਰੋਨਾ ਦੇ ਸਮੇਂ ਤੋਂ ਬੰਦ ਸਨ, ਜਦੋਂ ਕਿ 에ਅਰਪੋਰਟ ਨੂੰ ਲੈ ਕੇ ਕਾਫੀ ਸਿਆਸਤ ਵੀ ਹੋਈ। ਫਲਾਈਵਿਗ ਕੰਪਨੀ ਨੂੰ ਬਠਿੰਡਾ ਤੋਂ ਉਡਾਣਾ ਸ਼ੁਰੂ ਕਰਨ ਦਾ ਠੇਕਾ ਮਿਲ ਗਿਆ ਹੈ, ਜਿਸ ਰਾਹੀਂ ਲੁਧਿਆਣਾ ਤੋਂ ਦਿੱਲੀ ਲਈ ਉਡਾਣਾ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਜਿਸ ਦਾ ਕਿਰਾਇਆ 999 ਰੁਪਏ ਰੱਖਿਆ ਗਿਆ ਹੈ। ਹੁਣ ਬਠਿੰਡਾ ਤੋਂ ਫਲਾਈਟ ਦਾ ਕਿਰਾਇਆ ਕੇਵਲ 999 ਰੁਪਏ ਰੱਖਣ ਦੀ ਚਰਚਾ ਹੈ। ਫਿਲਹਾਲ ਕੰਪਨੀ 19 ਸੀਟਾਂ ਵਾਲਾ ਜਹਾਜ਼ ਚਲਾਏਗੀ, ਜਿਸ ਤੋਂ ਬਾਅਦ ਲੋੜ ਪੈਣ ਤੇ ਵੱਡਾ ਜਹਾਜ਼ ਵੀ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਹਫ਼ਤੇ ਦੇ ਸਾਰੇ ਦਿਨ ਉਡਾਣਾਂ ਚਲਾਉਣ ਦੀ ਮੰਗ ਕੀਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਅਤਨਾਮ ਦੀ ਆਪਣੀ ਪਹਿਲੀ ਯਾਤਰਾ ਦੇ ਆਖਰੀ ਦਿਨ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਕਾਰੋਬਾਰੀ ਸੰਬੰਧਾਂ ਤੇ ਭਾਈਵਾਲੀਆਂ ਬਾਰੇ ਵਿਚਾਰ ਚਰਚਾ ਕੀਤੀ ਸੀ ਅਤੇ ਆਪਣੇ ਮਰਹੂਮ ਮਿੱਤਰ ਤੇ ਸਹਿਕਰਮੀ ਸੈਨੇਟਰ ਜੋਹਨ ਦੇ ਸਮਾਰਕ ਤੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਬਾਈਡਨ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫੋਮ ਮਿਨ ਚਿਨ ਨਾਲ ਮੁਲਾਕਾਤ ਕੀਤੀ ਜੋ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਅਮਰੀਕੀ ਤੇ ਵੀਅਤਨਾਮ ਦੇ ਉਦਯੋਗਪਤੀਆਂ ਦੀ ਮੀਟਿੰਗ 'ਚ ਵੀ ਹਾਜ਼ਰ ਰਹੇ। ਬਾਈਡਨ ਨੇ ਵੀਅਤਨਾਮ ਦੇ ਰਾਸ਼ਟਰਪਤੀ ਵੋ ਵਾਨ ਥੋਂਗ ਨਾਲ ਵੀ ਮੁਲਾਕਾਤ ਕੀਤੀ। ਥੋਂਗ ਨੇ ਬਾਈਡਨ ਦੇ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਬਾਈਡਨ ਨੇ ਵੀਅਤਨਾਮ ਦੀ ਸੈਮੀਕੰਡਕਟਰ ਇੰਡਸਟਰੀ ਨੂੰ ਮਜ਼ਬੂਤ ਕਰਨ ਅਤੇ ਮੁਕਤ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੇ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਹਨਾਂ ਨੇ ਵੱਖ-ਵੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ, ਮੇਰਾ ਅੱਜ ਦਾ ਸੁਨੇਹਾ ਬਿਲਕੁਲ ਸੌਖਾ ਹੈ, ਇਸੇ ਤਰ੍ਹਾਂ ਕੰਮ ਕਰਦੇ ਰਹੋ। ਸਾਨੂੰ ਆਪਣਾ ਸਹਿਯੋਗ ਵਿਕਸਿਤ ਕਰਨ ਤੇ ਅੱਗੇ ਵਧਾਉਣ ਦੀ ਲੋੜ ਹੈ। ਸਾਨੂੰ ਨਵੀਆਂ ਭਾਈਵਾਲੀਆਂ ਬਣਾਉਣ ਦੀ ਲੋੜ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਬੀਤੇ ਦਿਨ ਕਿਹਾ ਸੀਗਾ ਕਿ ਹਨੋਈ ਨਾਲ ਸੰਬੰਧ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਵੀਅਤਨਾਮ ਯਾਤਰਾ ਚੀਨ ਨਾਲ ਠੰਡੀ ਜੰਗ ਸ਼ੁਰੂ ਕਰਨ ਦੀ ਕੋਸ਼ਿਸ਼ ਬਾਰੇ ਨਹੀਂ ਬਲਕਿ ਇੱਕ ਸਮੇਂ ਅੰਦਰ ਪੂਰੇ ਏਸ਼ੀਆ 'ਚ ਅਮਰੀਕੀ ਸੰਬੰਧਾਂ ਦਾ ਨਿਰਮਾਣ ਕਰਕੇ ਆਲਮੀ ਸਥਿਰਤਾ ਪ੍ਰਦਾਨ ਕਰਨ ਦੀ ਵੱਡੀ ਕੋਸ਼ਿਸ਼ ਦਾ ਹਿੱਸਾ ਸੀ। G20 ਸੰਮੇਲਨ ਮਗਰੋਂ ਵੀਅਤਨਾਮ ਪੁੱਜੇ ਬਾਈਡਨ ਨੇ ਕਿਹਾ ਸੀਗਾ ਕਿ ਇਹ ਚੀਨ ਨੂੰ ਕੰਟਰੋਲ ਕਰਨ ਬਾਰੇ ਨਹੀਂ ਹੈ। ਅਮਰੀਕਾ ਦੇ ਰਾਜ ਨਿਊਯਾਰਕ ਵਿੱਚ ਬੀਤੇ ਸਮੇਂ ਦੌਰਾਨ ਭਰਤੀ ਹੋਏ ਇੱਕ ਸਿੱਖ ਨੌਜਵਾਨ ਨੂੰ ਦਾੜੀ ਕੱਟਣ ਸੰਬੰਧੀ ਕੀਤੀ ਗਈ ਹਦਾਇਤ ਤੇ ਸਥਾਨਕ ਪ੍ਰਸ਼ਾਸਨ ਨੇ ਮੁੜ ਵਿਚਾਰ ਕਰਨ ਦੇ ਲਈ ਹਾਮੀ ਭਰੀ ਹੈ ਤੇ ਇਸ ਬਾਬਤ ਪੱਤਰ ਭਾਰਤੀ ਵਿਦੇਸ਼ ਮੰਤਰਾਲਾ ਨੂੰ ਭੇਜਿਆ ਹੈ। ਉਠਾਏ ਗਏ ਇਤਰਾਜ਼ ਨੂੰ ਭਾਰਤ ਸਰਕਾਰ ਨੇ ਅਮਰੀਕਾ ਸਥਿਤ ਭਾਰਤੀ ਦੂਤਘਰ ਨੇ ਨਿਊਯਾਰਕ ਰਾਜ ਕੋਲ ਉਠਾਇਆ ਸੀ। ਉਹਨਾਂ ਨੇ ਇਸ ਸੰਬੰਧੀ ਭਰੋਸਾ ਦਿੱਤਾ ਕਿ ਉਹ ਨਿਊਯਾਰਕ ਪੁਲਿਸ ਵਿੱਚ ਭਰਤੀ ਲਈ ਦਾੜੀ ਸੰਬੰਧੀ ਕੀਤੀਆਂ ਗਈਆਂ ਹਦਾਇਤਾਂ ਨੂੰ ਮੁੜ ਵਿਚਾਰਨਗੇ ਤਾਂ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਵੱਜੇ। ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਤੇ 11 ਸਤੰਬਰ 2001 ਨੂੰ ਹਮਲਾ ਹੋਇਆ ਸੀ। ਇਸ ਹਮਲੇ ਦੇ ਵਿੱਚ ਲਗਭਗ 3000 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸਨੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਘਰੇਲੂ ਚਿੰਤਾਵਾਂ ਨੂੰ ਨਵਾਂ ਰੂਪ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਐਕਰੇਂਜ ਵਿੱਚ ਇੱਕ ਫੌਜੀ ਅੱਡੇ 'ਚ ਇੱਕ ਸਮਾਗਮ 'ਚ ਸ਼ਾਮਲ ਹੋਏ। ਉਹ ਭਾਰਤ ਅਤੇ ਵੀਅਤਨਾਮ ਦੀ ਯਾਤਰਾ ਤੋਂ ਵਾਪਸ ਆਏ ਸਨ। ਇਸ ਹਮਲੇ ਦੀ ਬਰਸੀ ਤੇ ਦੇਸ਼ ਦੇ ਲੋਕ ਮੌਨ ਰਹਿ ਕੇ, ਘੰਟੀਆਂ ਵਜਾ ਕੇ, ਮੋਮਬੱਤੀਆਂ ਫੜ ਕੇ, ਜਲੂਸ ਕੱਢ ਕੇ ਤੇ ਹੋਰ ਗਤੀਵਿਧੀਆਂ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਨੇ। ਨਿਊ ਜਰਸੀ ਦੀ ਮੌਨਮਾਊਥ ਕਾਉਂਟੀ ਨੇ ਇਸ ਸਾਲ 11 ਸਤੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਸੀ ਤਾਂ ਜੋ ਕਾਉਂਟੀ ਦੇ ਕਰਮਚਾਰੀ ਸ਼ਰਧਾਂਜਲੀ ਸਮਾਗਮ ਦੇ ਵਿੱਚ ਹਿੱਸਾ ਲੈ ਸਕਣ। 9/11 ਦੇ ਕੁਝ ਪੀੜਤ ਇਸ ਕਾਉਂਟੀ ਦੇ ਸਨ। 9/11 ਦੀ ਬਰਸੀ ਦੇ ਮੌਕੇ ਤੇ ਬਹੁਤ ਸਾਰੇ ਅਮਰੀਕੀ ਸਮਾਜਿਕ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਨੇ। ਕਾਂਗਰਸ ਨੇ ਇਸ ਨੂੰ ਦੇਸ਼ ਭਗਤੀ ਦਿਵਸ ਅਤੇ ਰਾਸ਼ਟਰੀ ਸੇਵਾ ਅਤੇ ਯਾਦ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਬਾਈਡਨ ਅਲਾਸਕਾ 9/11 ਦੀ ਬਰਸੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੇ। ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਪੈਂਟਾਗਨ ਵਿਖੇ 9/11 ਦੇ ਸਮਾਰਕ ਤੇ ਸ਼ਰਧਾਂਜਲੀ ਭੇਂਟ ਕਰਨੀ ਸੀ। ਉਹਨਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਿਊਯਾਰਕ ਦੇ ਵਿੱਚ ਨੈਸ਼ਨਲ 11 ਸਤੰਬਰ ਮੈਮੋਰੀਅਲ ਐਂਡ ਮਿਊਜ਼ੀਅਮ ਪਲਾਜ਼ਾ ਵਿੱਚ ਇੱਕ ਸਮਾਰੋਹ 'ਚ ਸ਼ਾਮਲ ਹੋ ਸਕਦੇ ਸਨ। ਅਮਰੀਕਾ ਦੇ ਨਿਊਯਾਰਕ ਦੇ ਵਿੱਚ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ਤੇ ਹੋਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ 2 ਹੋਰ ਲੋਕਾਂ ਦੀ ਹੁਣ ਪਛਾਣ ਹੋ ਗਈ ਹੈ। 9/11 ਵਜੋਂ ਜਾਣੇ ਜਾਂਦੇ ਦਹਿਸ਼ਤੀ ਹਮਲਿਆਂ ਦੀ 22ਵੀਂ ਬਰਸੀ ਤੋਂ ਪਹਿਲਾਂ ਅਧਿਕਾਰੀਆਂ ਨੇ DNA ਟੈਸਟਿੰਗ ਰਾਹੀਂ ਮ੍ਰਿਤਕਾਂ ਦੀ ਪਛਾਣ ਕਰਨ 'ਚ ਸਫਲਤਾ ਹਾਸਲ ਕੀਤੀ। ਮੇਅਰ ਦੇ ਦਫ਼ਤਰ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੀ ਬੇਨਤੀ ਤੇ ਉਹਨਾਂ ਦੀ ਪਛਾਣ ਗੁਪਤ ਰੱਖੀ ਹੈ। ਉਸ ਨੂੰ ਹੁਣ ਤੱਕ ਮੌਤ ਦਾ ਨੰਬਰ 1648 ਅਤੇ 1649 ਦਿੱਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਹੋਈ ਹੈ ਉਹਨਾਂ ਵਿੱਚੋਂ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਨੇ। DNA ਟੈਸਟਿੰਗ ਦੇ ਲਈ ਹਾਲ ਹੀ ਵਿੱਚ ਅਪਣਾਈ ਗਈ ਅਗਲੀ ਪੀੜ੍ਹੀ ਦੀ ਸੀਕੁਐਂਸਿੰਗ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਸੀ ਜੋ ਕਿ ਮੌਜੂਦਾ DNA ਟੈਸਟਿੰਗ ਟੈਕਨੋਲੋਜੀ ਨਾਲੋਂ ਕਿਤੇ ਜ਼ਿਆਦਾ ਉન્નਤ ਹੈ। ਅਮਰੀਕੀ ਫੌਜ ਇਸ ਤਕਨੀਕੀ ਦੀ ਵਰਤੋਂ ਲਾਪਤਾ ਸੈਨਿਕਾਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨ ਦੇ ਲਈ ਕਰਦੀ ਹੈ। ਜ਼ਿਕਰਯੋਗ ਹੈ ਕਿ ਇੰਨੀ ਐਡਵਾਂਸ DNA ਟੈਸਟਿੰਗ ਤਕਨੀਕ ਦੇ ਬਾਵਜੂਦ 9/11 ਹਮਲੇ 'ਚ ਮਾਰੇ ਗਏ ਲੋਕਾਂ 'ਚੋਂ 40% ਯਾਨੀ 1100 ਲੋਕ ਅਜੇ ਵੀ ਅਣਪਛਾਤੇ ਨੇ। ਹਮਲੇ ਦੇ ਸਮੇਂ ਲੋਅਰ ਮੈਨਹਟਨ ਖੇਤਰ ਵਿੱਚ ਕੁੱਲ 2753 ਲੋਕ ਲਾਪਤਾ ਦੱਸੇ ਗਏ। ਸਾਰਿਆਂ ਦੇ ਮੌਤ ਦੇ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਅਮਰੀਕਾ 'ਚ ਸਨ 2001 ਵਿੱਚ ਅੱਜ ਦੇ ਦਿਨ ਹੋਏ ਅੱਤਵਾਦੀ ਹਮਲਿਆਂ ਨੂੰ 22 ਵਰ੍ਹੇ ਹੋ ਗਏ। ਇਨ੍ਹਾਂ ਅੱਤਵਾਦੀ ਹਮਲਿਆਂ 'ਚ ਮਾਰੇ ਗਏ ਲੋਕਾਂ ਨੂੰ ਅਮਰੀਕੀਆਂ ਨੇ
ਘਟਨਾ ਵਾਲੀ ਥਾਂ ਗਰਾਊਂਡ ਜ਼ੀਰੋ ਤੇ ਘੰਟੀਆਂ ਵਜਾ ਕੇ ਸ਼ਰਧਾਂਜਲੀ ਦਿੱਤੀ। ਵੱਡੀ ਗਿਣਤੀ ਵਿੱਚ ਲੋਕ ਯਾਦਗਾਰਾਂ ਸਿਟੀ ਹਾਲਾਂ ਕੈਂਪਸਾਂ ਵਿੱਚ ਇਕੱਠੇ ਹੋਏ। ਇਸ ਦਰਦਨਾਕ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਯਾਦ ਕੀਤਾ ਗਿਆ। ਅਮਰੀਕੀ ਇਤਿਹਾਸ ਦੀ ਇਸ ਸਭ ਤੋਂ ਖਤਰਨਾਕ ਘਟਨਾ ਦੇ ਵਿੱਚ ਕਰੀਬ 3000 ਲੋਕ ਮਾਰੇ ਗਏ ਸਨ। ਅੱਤਵਾਦੀਆਂ ਨੇ ਜਹਾਜ਼ ਅਗਵਾ ਕਰਕੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਤੇ ਸੈਕਸਵਿਲੇ ਵਿੱਚ ਮਾਰੇ ਗਏ ਸਨ ਔਰ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਅਲਾਸਕਾ ਦੇ ਇੱਕ ਫੌਜੀ ਟਿਕਾਣੇ ਉੱਤੇ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟ੍ਰੇਡ ਸੈਂਟਰ ਤੇ ਇੱਕ ਪ੍ਰਾਰਥਨਾ ਸਭਾ ਵਿੱਚ ਹਿੱਸਾ ਲਿਆ। ਅਮਰੀਕਾ, ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਹੋਰ ਸਹਿਯੋਗੀ ਸੈਨਾਵਾਂ ਦੇ ਹਜ਼ਾਰਾਂ ਸੈਨਿਕਾਂ ਨੇ ਖਿੱਤੇ 'ਚ ਵੱਧਦੇ ਚੀਨ ਦੇ ਹਮਲਾਵਰ ਰੁਖ ਦਰਮਿਆਨ ਇੰਡੋਨੇਸ਼ੀਆ ਦੇ ਟਾਪੂ ਜਾਵਾ ਤੇ ਜੰਗੀ ਅਭਿਆਸ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਵਿਵਾਦਤ ਦੱਖਣੀ ਚੀਨ ਸਾਗਰ 'ਚ ਪੇਚਿੰਗ ਦੀਆਂ ਵੱਧਦੀਆਂ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਤੋਂ ਫਿਕਰਮੰਦ ਸਹਿਯੋਗੀਆਂ ਨੂੰ ਆਸਵੰਦ ਕਰਨ ਦੇ ਲਈ ਹਿੰਦ ਪ੍ਰਸ਼ਾਂਤ ਖਿੱਤੇ 'ਚ ਫੌਜੀ ਗੱਠਜੋੜ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਖਿੱਤਾ ਅਮਰੀਕੀ ਚੀਨ ਮੁਕਾਬਲੇ ਦਰਮਿਆਨ ਜੰਗ ਦਾ ਮੈਦਾਨ ਬਣ ਗਿਆ ਹੈ। ਪੂਰਬੀ ਜਾਵਾ ਸੂਬੇ ਦੇ ਸਾਹੇਲੀ ਜ਼ਿਲ੍ਹੇ ਬਾਨਯੂਵਾਂਗੀ 'ਚ 1-2 ਹਫ਼ਤੇ ਦੀ ਜੰਗੀ ਮਸ਼ਕ 1 ਸਤੰਬਰ ਨੂੰ ਸ਼ੁਰੂ ਹੋਈ ਸੀ। ਇਸ ਜੰਗੀ ਮਸ਼ਕ ਦੌਰਾਨ ਅਮਰੀਕਾ ਨੇ ਜਿੱਥੇ ਆਪਣੇ 5 M1A1 ਟੈਂਕ ਉਤਾਰੇ, ਉੱਥੇ ਇੰਡੋਨੇਸ਼ੀਆ ਦੀ ਫੌਜ ਨੇ ਆਪਣੇ 2 ਲੈਪਰਡ 2 ਟੈਂਕਾਂ ਦਾ ਪ੍ਰਦਰਸ਼ਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਵੀਅਤਨਾਮ ਜੰਗ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੇ ਜੰਗੀ ਟੈਂਕ ਆਪਣੇ ਖੇਤਰ ਤੋਂ ਬਾਹਰ ਭੇਜੇ ਹੋਣ। ਅਮਰੀਕਾ ਤੇ ਇੰਡੋਨੇਸ਼ੀਆ ਦੇ ਜਵਾਨਾਂ ਵਿਚਾਲੇ ਸਾਲ 2009 ਤੋਂ ਇਹ ਸਾਲਾਨਾ ਜੰਗੀ ਅਭਿਆਸ ਚੱਲ ਰਿਹਾ ਹੈ। ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਸਮੇਤ ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਪ੍ਰਤੀਨਿਧਿਤ ਸਭਾ 'ਚ ਇੱਕ ਮਤਾ ਪੇਸ਼ ਕਰਕੇ ਨਫ਼ਰਤ, ਅਜਨਬੀਆਂ ਜਾਂ ਵਿਦੇਸ਼ੀ ਲੋਕਾਂ ਪ੍ਰਤੀ ਨਫ਼ਰਤ ਜਾਂ ਡਰ ਅਤੇ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਅਮਰੀਕਾ 'ਚ ਸਿੱਖਾਂ, ਅਰਬ ਮੁਸਲਮਾਨਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਪ੍ਰਤੀ ਨਸਲਵਾਦੀ ਭਾਵਨਾ ਦੀ ਨਿੰਦਾ ਕੀਤੀ ਹੈ। ਅੱਤਵਾਦੀ ਜਥੇਬੰਦੀ ਅਲ-ਕਾਇਦਾ ਨੇ ਇਸ ਹਮਲੇ ਕੀਤੇ ਸੀ ਔਰ ਜਿਨ੍ਹਾਂ 'ਚ ਲਗਭਗ 3000 ਲੋਕ ਮਾਰੇ ਗਏ ਸੀ। ਇਸ ਹਮਲੇ ਨੂੰ 9/11 ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸਿੱਖ, ਅਰਬ, ਮੁਸਲਮਾਨ, ਪੱਛਮੀ ਏਸ਼ੀਆਈ ਅਤੇ ਦੱਖਣੀ ਏਸ਼ੀਆਈ ਅਮਰੀਕਾ 'ਚ ਲੰਬੇ ਸਮੇਂ ਤੋਂ ਵਿਤਕਰੇ ਅਤੇ ਹਿੰਸਾ ਦਾ ਸਾਹਮਣਾ ਕਰਦੇ ਰਹੇ ਨੇ ਜੋ ਇਹਨਾਂ ਅੱਤਵਾਦੀ ਹਮਲਿਆਂ ਮਗਰੋਂ ਵੱਧ ਗਏ। 2001 ਦੇ ਇਸ ਹਮਲੇ ਤੋਂ ਬਾਅਦ ਪਹਿਲੇ ਮਹੀਨੇ ਦੌਰਾਨ ਹੀ ਪੱਛਮੀ ਏਸ਼ੀਆਈ ਜਾਂ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫ਼ਰਤ ਦੀਆਂ 945 ਘਟਨਾਵਾਂ ਦਰਜ ਕੀਤੀਆਂ ਗਈਆਂ। ਨਫ਼ਰਤ ਦਾ ਇਹ ਮਾਹੌਲ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਵਿੱਚ ਅਤੇ ਉਹਨਾਂ ਦੇ ਕੰਮਕਾਜ ਵਾਲੀਆਂ ਥਾਵਾਂ, ਕਾਰੋਬਾਰਾਂ, ਭਾਈਚਾਰ ਕੇਂਦਰਾਂ ਅਤੇ ਧਾਰਮਿਕ ਅਸਥਾਨਾਂ ਦੇ ਵਿੱਚ ਉਹਨਾਂ ਨੂੰ ਡਰਾਉਣ ਜਾਂ ਉਹਨਾਂ ਪ੍ਰਤੀ ਹਿੰਸਾ ਦੇ ਰੂਪ ਦੇ ਵਿੱਚ ਵੀ ਵੇਖਣ ਨੂੰ ਮਿਲਿਆ। ਜੈਪਾਲ ਨੇ 11 ਸਤੰਬਰ 2001 ਦੇ ਹਮਲਿਆਂ ਦੀ 22ਵੀਂ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਸ਼ਨੀਚਰਵਾਰ ਨੂੰ ਸੰਸਦ ਮੈਂਬਰਾਂ ਇਲਹਾਨ ਉਮਰ, ਰਸ਼ੀਦਾ ਤਾਇਬ, ਜੂਡੀ ਸ਼ੂ ਅਤੇ ਆਂਦਰੇ ਕਾਰਸਨ ਦੇ ਨਾਲ ਮਤਾ ਪੇਸ਼ ਕੀਤਾ। ਜੈਪਾਲ ਨੇ ਕਿਹਾ, 11 ਸਤੰਬਰ 2001 ਨੂੰ ਅਮਰੀਕਾ ਦੀ ਧਰਤੀ ਤੇ ਹੋਏ ਸਭ ਤੋਂ ਭਿਆਨਕ ਹਮਲੇ 'ਚ ਅਸੀਂ ਹਜ਼ਾਰਾਂ ਜਾਨਾਂ ਗਵਾ ਦਿੱਤੀਆਂ। ਇਸ ਹਮਲੇ ਦੇ ਵਿੱਚ ਤਕਰੀਬਨ 3000 ਲੋਕ ਮਾਰੇ ਗਏ ਸੀ ਅਤੇ 4500 ਤੋਂ ਵੱਧ ਸੰਬੰਧਿਤ ਬਿਮਾਰੀਆਂ ਨਾਲ ਮਰ ਚੁੱਕੇ ਨੇ। ਇਸ ਦਿਨ ਦਾ ਅਸਰ ਅਜੇ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਦੁਖਦਾਈ ਦਿਨ ਨੂੰ ਯਾਦ ਕਰਨ ਦੌਰਾਨ ਸਾਨੂੰ ਅਰਬ, ਮੁਸਲਿਮ, ਪੱਛਮੀ ਏਸ਼ੀਆਈ, ਦੱਖਣੀ ਏਸ਼ੀਆਈ ਅਤੇ ਸਿੱਖਾਂ ਤੇ ਇਸ ਦੇ ਲੰਬੇ ਸਮੇਂ ਦੇ ਅਸਰਾਂ ਨੂੰ ਵੀ ਪਛਾਣਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਹਮਲੇ ਤੋਂ ਅਗਲੇ ਦਿਨ 'ਚ ਬਲਵੀਰ ਸਿੰਘ ਸੋਢੀ, ਵਕਾਰ ਹਸਨ ਅਤੇ ਅਬਦੇਲ ਕਰਾਸ ਦੇ ਕਤਲ ਨਫ਼ਰਤ ਨੂੰ ਦਰਸਾਉਂਦੀਆਂ ਨੇ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕੇਂਦਰ ਤੋਂ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਸੇਬ, ਅਖਰੋਟ ਅਤੇ ਬਦਾਮ ਤੇ ਵਾਧੂ ਡਿਊਟੀ ਹਟਾਉਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਅਬਦੁੱਲਾ ਨੇ ਕਿਹਾ ਕਿ ਸਰਕਾਰ ਨੂੰ ਵਿਦੇਸ਼ੀਆਂ ਨੂੰ ਖੁਸ਼ ਕਰਨ ਦੀ ਬਜਾਏ ਆਪਣੇ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜੇ ਪਾਸੇ ਮਹਿਬੂਬਾ ਮੁਫਤੀ ਨੇ ਕੇਂਦਰ ਦੇ ਇਸ ਕਦਮ ਨੂੰ ਜੰਮੂ ਕਸ਼ਮੀਰ ਦੇ ਬਾਗਬਾਨੀ ਉਦਯੋਗ ਦੇ ਲਈ ਤਬਾਹਕੁਨ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਸੇਬ, ਅਖਰੋਟ ਅਤੇ ਬਦਾਮ ਵਰਗੇ ਅਮਰੀਕੀ ਉਤਪਾਦਾਂ ਤੇ ਵਾਧੂ ਡਿਊਟੀ ਹਟਾਉਣ ਦੇ ਫੈਸਲੇ ਦਾ ਐਲਾਨ ਕੀਤਾ ਸੀ। ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ਦੀਆਂ ਕੁਝ ਵਸਤੂਆਂ ਤੇ ਟੈਰਿਫ ਵਧਾਉਣ ਦੇ ਜਵਾਬੀ ਉਪਾਅ ਵਜੋਂ 2019 ਚ ਵਾਧੂ ਟੈਰਿਫ ਲਗਾਏ ਗਏ ਸਨ। ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਕਿਹਾ, ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਨੂੰ ਅਮਰੀਕੀਆਂ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ
खुश ਕਰਨ ਦੇ ਲਈ ਆਪਣੇ ਲੋਕਾਂ ਨੂੰ ਮੁਸ਼ਕਲ 'ਚ ਕਿਉਂ ਪਾਉਣ ਦੀ ਲੋੜ ਹੈ। ਅਸੀਂ ਮਹਿਸੂਸ ਕੀਤਾ ਹੈ ਕਿ ਕੇਂਦਰ ਪਹਿਲਾਂ ਕਸ਼ਮੀਰ ਦੇ ਲੋਕਾਂ ਬਾਰੇ ਸੋਚੇਗਾ। ਅਬਦੁੱਲਾ ਨੇ ਪਾਰਟੀ ਹੈੱਡਕੁਆਰਟਰ ਤੇ ਪੱਤਰਕਾਰਾਂ ਨੂੰ ਕਿਹਾ, ਜੇਕਰ ਉਹ ਇੱਥੋਂ ਦੇ ਲੋਕਾਂ ਬਾਰੇ ਨਹੀਂ ਸੋਚਣਾ ਚਾਹੁੰਦੇ ਤਾਂ ਘੱਟੋ ਘੱਟ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਸੀ। ਉਹਨਾਂ ਨੇ ਜੰਮੂ ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਸਨ। ਬੰਗਲੌਰ ਤੋਂ 280 ਤੋਂ ਵੱਧ ਵਿਅਕਤੀਆਂ ਨੂੰ ਲੈ ਕੇ ਸੈਨ ਫਰਾਂਸਿਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅਲਾਸਕਾ ਸ਼ਹਿਰ ਵੱਲ ਮੋੜ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਮੱਸਿਆ ਨੂੰ ਹੱਲ ਕਰਨ ਤੋਂ ਬਾਅਦ ਫਲਾਈਟ AI 175 ਨੇ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸੈਨ ਫਰਾਂਸਿਸਕੋ ਪੁੱਜੀ। B-77 ਜਹਾਜ਼ ਨੂੰ ਜਦੋਂ ਸੈਨ ਫਰਾਂਸਿਸਕੋ ਜਾਂਦੇ ਸਮੇਂ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਨੂੰ ਅਲਾਸਕਾ ਦੇ ਸ਼ਹਿਰ ਐਕਰੇਂਜ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ਤੇ 280 ਤੋਂ ਵੱਧ ਲੋਕ ਸਵਾਰ ਸੀ ਅਤੇ 4 ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਆਪਣੀ ਮੰਜ਼ਿਲ ਤੇ ਉਤਰੀ। ਆਮ ਤੌਰ ਤੇ ਬੰਗਲੌਰ ਤੋਂ ਸੈਨ ਫਰਾਂਸਿਸਕੋ ਫਲਾਈਟ 16 ਘੰਟੇ ਲੈਂਦੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਇੱਕ ਤਕਨੀਕੀ ਕਾਰਨ ਕਰਕੇ ਜਹਾਜ਼ ਐਕਰੇਂਜ ਵਿੱਚ ਥੋੜਾ ਸਮਾਂ ਰੁਕਿਆ। ਇਹ ਸੈਨ ਫਰਾਂਸਿਸਕੋ ਵਿਖੇ ਉਤਰਿਆ ਹੈ। ਕੁੱਲ ਦੇਰੀ 4 ਘੰਟਿਆਂ ਤੋਂ ਘੱਟ ਸੀ। ਜਹਾਜ਼ ਵਿੱਚ 282 ਯਾਤਰੀਆਂ ਸਮੇਤ ਕਰੀਬ 300 ਲੋਕ ਸਵਾਰ ਸੀ। ਫਲਾਈਟ ਟਰੈਕਿੰਗ ਸਾਈਟਾਂ ਦਿਖਾਉਂਦੀਆਂ ਨੇ ਕਿ AI 175 ਨੇ ਐਤਵਾਰ ਨੂੰ ਦੁਪਹਿਰ 1:25 ਤੇ ਬੈਂਗਲੁਰੂ ਤੋਂ ਉਡਾਣ ਭਰੀ ਸੀ। ਅਮਰੀਕਾ ਵਿੱਚ ਅਗਲੇ ਸਾਲ ਦੇ ਆਖਿਰ ਤੱਕ ਚੋਣਾਂ ਹੋਣੀਆਂ ਨੇ, ਜਿਸ ਦੇ ਚਲਦਿਆਂ ਕਈ ਚਿਹਰੇ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੇ ਲਈ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚੋਂ ਇੱਕ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ। 38 ਸਾਲ ਕਰੋੜਪਤੀ ਕਾਰੋਬਾਰੀ ਵਿਵੇਕ ਜ਼ੋਰ ਸ਼ੋਰ ਨਾਲ ਆਪਣੇ ਪ੍ਰਚਾਰ ਵਿੱਚ ਜੁਟੇ ਹੋਏ ਨੇ। ਇਸੇ ਵਿਚਕਾਰ ਐਲਨ ਮਸਕ ਨੇ ਵਿਵੇਕ ਦੀ ਤਾਰੀਫ ਕਰਕੇ ਟਰੰਪ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ, ਜਿਸ ਨਾਲ ਵਿਵੇਕ ਕਾਫੀ ਚਰਚਾ ਵਿੱਚ ਆ ਗਏ ਨੇ। ਨੌਜਵਾਨ ਵਿਵੇਕ ਰਾਮਾਸਵਾਮੀ ਨੇ ਰਾਸ਼ਟਰਪਤੀ ਉਮੀਦਵਾਰੀ ਦੇ ਲਈ ਆਪਣੀ ਦਾਅਵੇਦਾਰੀ ਰੱਖੀ ਹੈ, ਜਿਸ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਉਹਨਾਂ ਦਾ ਸਮਰਥਨ ਵੀ ਕਰ ਦਿੱਤਾ ਹੈ, ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਇੱਕ ਵੱਡਾ ਝਟਕਾ ਹੈ। ਦਰਅਸਲ ਕੁਝ ਦਿਨ ਪਹਿਲਾਂ ਵਿਵੇਕ ਨੇ ਇੱਕ ਇੰਟਰਵਿਊ ਦਿੱਤਾ ਸੀ, ਜਿਸ ਦੇ ਵੀਡੀਓ ਨੂੰ ਐਕਸ ਤੇ ਸ਼ੇਅਰ ਕਰਦਿਆਂ ਐਲਨ ਮਸਕ ਨੇ ਲਿਖਿਆ ਕਿ ਵਿਵੇਕ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਦੇ ਲਈ ਇੱਕ ਹੋਰ ਹੋਣਹਾਰ ਉਮੀਦਵਾਰ ਹੈ। ਮਸਕ ਦੇ ਇਸ ਟਵੀਟ ਤੋਂ ਬਾਅਦ ਵਿਵੇਕ ਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋਣੀ ਸ਼ੁਰੂ ਹੋ ਗਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਸਕ ਵੱਲੋਂ ਕੀਤੀ ਗਈ ਇਹ ਤਾਰੀਫ ਵਿਵੇਕ ਦੇ ਕਾਫੀ ਕੰਮ ਆਉਣ ਵਾਲੀ ਹੈ, ਕਿਉਂਕਿ ਇਸ ਤੋਂ ਬਾਅਦ ਹਰ ਕੋਈ ਵਿਵੇਕ ਰਾਮਾਸਵਾਮੀ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਦਰਅਸਲ ਅਮਰੀਕਾ ਦੇ ਵਿੱਚ 2 ਪਾਰਟੀ ਸਿਸਟਮ ਹੈ, ਇੱਕ ਹੈ ਰਿਪਬਲਿਕਨ ਪਾਰਟੀ ਅਤੇ ਦੂਜੀ ਹੈ ਡੈਮੋਕ੍ਰੈਟਿਕ ਪਾਰਟੀ। ਹਰ 4 ਸਾਲ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੇ 2 ਨਾਮਜ਼ਦ ਉਮੀਦਵਾਰਾਂ ਦੇ ਵਿਚਕਾਰ ਰਾਸ਼ਟਰਪਤੀ ਅਹੁਦੇ ਦੇ ਲਈ ਚੋਣਾਵੀ ਜੰਗ ਹੁੰਦੀ ਹੈ, ਪਰ ਇਹਨਾਂ ਦੋਵੇਂ ਪਾਰਟੀਆਂ ਦੇ ਅੰਦਰ ਵੀ ਕਈ ਉਮੀਦਵਾਰ ਸਿਆਸੀ ਦਾਅ ਖੇਡਦੇ ਨੇ। ਉਹਨਾਂ ਦੇ ਵਿਚਕਾਰ ਵੀ ਪ੍ਰਚਾਰ ਪ੍ਰਸਾਰ ਦੀ ਲੋੜ ਹੁੰਦੀ ਹੈ ਅਤੇ ਮੁਕਾਬਲੇਬਾਜ਼ੀ ਹੁੰਦੀ ਹੈ, ਫਿਰ ਜਾ ਕੇ ਪਾਰਟੀ ਇੱਕ ਉਮੀਦਵਾਰ ਫਾਈਨਲ ਕਰਦੀ ਹੈ। ਰਿਪਬਲਿਕਨ ਪਾਰਟੀ ਵਿੱਚ 38 ਸਾਲਾਂ ਦੇ ਵਿਵੇਕ ਰਾਮਾਸਵਾਮੀ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਨੇ, ਜੋ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦਾ ਚਿਹਰਾ ਬਣਨਾ ਚਾਹੁੰਦੇ ਨੇ। ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਉਹਨਾਂ ਦਾ ਨਾਮ 3 ਨੰਬਰ ਤੇ ਹੈ। ਸੂਚੀ ਵਿੱਚ ਰੇਟਿੰਗ ਦੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਫਿਰ ਫਲੋਰੀਡਾ ਦੇ ਗਵਰਨਰ ਰੌਨ ਦਾ ਨਾਮ ਆਉਂਦਾ ਹੈ। ਪਰ ਮੌਜੂਦ ਸਮੇਂ ਵਿੱਚ ਵਿਵੇਕ ਵੀ ਪਿੱਛੇ ਨਹੀਂ, ਉਹਨਾਂ ਦੇ ਗ੍ਰਾਫ ਦੇ ਵਿੱਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਘਰ ਖਰੀਦਣ ਦੇ ਇੱਛੁਕ ਕੈਨੇਡਾ ਵਾਸੀਆਂ ਨੂੰ ਫੈਡਰਲ ਸਰਕਾਰ ਜਲਦ ਹੀ ਵੱਡੀ ਰਾਹਤ ਦੇ ਸਕਦੀ ਹੈ। ਹਾਊਸਿੰਗ ਮੰਤਰੀ ਫਰੇਜ਼ਰ ਨੇ ਸੰਕੇਤ ਦਿੱਤੇ ਨੇ ਕਿ ਸਸਤੇ ਘਰ ਮੁਹੱਈਆ ਕਰਵਾਉਣ ਦੇ ਲਈ GST ਮਾਫ ਕੀਤੀ ਜਾ ਸਕਦੀ ਹੈ ਅਤੇ ਖਰੀਦਦਾਰਾਂ ਨੂੰ ਆਸਾਨ ਸ਼ਰਤਾਂ ਤੇ ਕਰਜ਼ਾ ਲੈਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਲਿਬਰਲ ਸਰਕਾਰ ਦੀ ਮਕਬੂਲੀਅਤ ਲਗਾਤਾਰ ਘਟ ਰਹੀ ਹੈ ਅਤੇ ਹਾਊਸਿੰਗ ਖੇਤਰ ਵਿੱਚ ਸੁਧਾਰ ਰਾਹੀਂ ਲਿਬਰਲ ਸਰਕਾਰ ਆਪਣਾ ਅਕਸ ਸੁਧਾਰਨਾ ਚਾਹੁੰਦੀ ਹੈ। CBC ਦੇ ਨਾਲ ਗੱਲਬਾਤ ਕਰਦਿਆਂ ਫਰੇਜ਼ਰ ਨੇ ਕਿਹਾ ਕਿ ਕੇਵਲ ਮਕਾਨਾਂ ਦੀ ਮਾਲਕੀ ਵਾਸਤੇ ਹੀ ਨਹੀਂ, ਸਗੋਂ ਕਿਰਾਏ ਤੇ ਮਿਲਣ ਵਾਲੇ ਮਕਾਨਾਂ ਦੇ ਮਾਮਲੇ ਵਿੱਚ ਵੀ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਕਿਫਾਇਤੀ ਰਿਹਾਇਸ਼ ਦਾ ਟੀਚਾ ਹਾਸਲ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਚੇਤੇ ਰਹੇ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਲਗਾਤਾਰ ਮਹਿੰਗੇ ਮਕਾਨਾਂ ਅਤੇ ਆਸਮਾਨ ਚੜ੍ਹੇ ਕਿਰਾਇਆਂ ਦਾ ਮੁੱਦਾ ਉਠਾ ਕੇ ਲੋਕਾਂ ਨੂੰ ਘੇਰਦੇ ਆ ਰਹੇ ਨੇ ਅਤੇ ਸੰਭਾਵਤ ਤੌਰ ਤੇ ਲੋਕਾਂ ਦੇ ਮਨ ਵਿੱਚ ਇਹ ਸੁਨੇਹਾ ਅਸਰ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜਗਮੀਤ ਸਿੰਘ ਦੀ ਅਗਵਾਈ ਵਾਲੀ NDP ਵੱਲੋਂ ਵੀ ਸਸਤੇ ਮਕਾਨਾਂ ਦੀ ਉਸਾਰੀ ਵਾਸਤੇ ਵੱਡੇ ਪੱਧਰ ਤੇ ਤਬਦੀਲੀਆਂ ਕਰਨ ਦਾ ਸੁਝਾਅ ਦਿੱਤਾ ਜਾ ਚੁੱਕਾ ਹੈ। ਫਰੇਜ਼ਰ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪੈਸਾ ਖਰਚ ਕੀਤਾ ਜਾਏਗਾ ਜੋ ਪਹਿਲਾਂ ਹੀ ਵੱਖ-ਵੱਖ ਯੋਜਨਾਵਾਂ ਅਧੀਨ ਅਲਾਟ ਕੀਤਾ ਗਿਆ ਹੈ। ਉੱਚੀਆਂ ਵਿਆਜ ਦਰਾਂ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਸ਼ੱਕ
ਕੁਝ ਲੋਕਾਂ ਨੂੰ ਆਪਣੇ ਘਰ ਗਵਾਉਣੇ ਪੈ ਸਕਦੇ ਨੇ, ਪਰ ਡਿਵੈਲਪਰਾਂ ਨੂੰ ਰਾਹਤ ਮਿਲਣ ਦੀ ਸੂਰਤ ਵਿੱਚ ਭਵਿੱਖ ਦੀਆਂ ਉਸਾਰੀਆਂ ਉੱਪਰ ਹੋਣ ਵਾਲਾ ਖਰਚ ਘਟਾਇਆ ਜਾ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਅਤੇ ਵਾਨਕੂਵਰ ਵਰਗੇ ਸ਼ਹਿਰਾਂ ਨੂੰ ਛੱਡ ਦਿੱਤਾ ਜਾਏ ਤਾਂ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਮਕਾਨ ਖਰੀਦਣਾ ਹੱਲੇ ਵੀ ਬਹੁਤ ਮੁਸ਼ਕਿਲ ਨਹੀਂ ਹੈ। ਕੈਲਗਰੀ ਵਿਖੇ ਭਾਵੇਂ ਪਿਛਲੇ ਸਮੇਂ ਦੌਰਾਨ ਮਕਾਨਾਂ ਦੀਆਂ ਕੀਮਤਾਂ ਤੇ ਕਿਰਾਇਆ ਵਿੱਚ ਵਾਧਾ ਹੈ, ਪਰ ਹੁਣ ਵੀ ਇਹ ਆਮ ਪਰਿਵਾਰ ਦੇ ਪਹੁੰਚ ਵਿੱਚ ਨੇ। ਕੈਲਗਰੀ ਦੀ ਮੇਅਰ ਜੋਤੀ ਵੀ ਇਹ ਗੱਲ ਪੁਰਜ਼ੋਰ ਆਵਾਜ਼ ਵਿੱਚ ਆਖ ਚੁੱਕੇ ਨੇ ਕਿ ਗੁੰਝਲਦਾਰ ਹਾਲਾਤ ਵਿੱਚ ਬਾਹਰ ਨਿਕਲਣਾ ਲਾਜ਼ਮੀ ਹੈ ਅਤੇ ਇਸ ਵਾਸਤੇ ਸਰਕਾਰ ਤੇ ਹਰ ਪੱਧਰ ਤੇ ਯਤਨ ਕਰਨੇ ਹੋਣਗੇ। ਵਿਆਜ ਦਰਾਂ ਉੱਚੀਆਂ ਹੋਣ ਕਾਰਨ ਟੋਰਾਂਟੋ ਵਰਗੇ ਸ਼ਹਿਰ ਵਿੱਚ ਅਗਸਤ ਮਹੀਨੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਨਰਮ ਰਿਹਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਮੰਦੀ ਆਉਣ ਦੇ ਸੰਕੇਤ ਮਿਲ ਰਹੇ ਨੇ। ਆਰਥਿਕ ਮਾਹਿਰਾਂ ਦਾ ਜ਼ਿਕਰ ਕੀਤਾ ਜਾਏ ਤਾਂ 2024 ਦੀਆਂ ਗਰਮੀਆਂ ਤੋਂ ਪਹਿਲਾਂ ਵਿਆਜ ਦਰਾਂ ਵਿੱਚ ਕਮੀ ਸੰਭਵ ਨਹੀਂ ਹੈ ਤੇ ਇਸ ਤੋਂ ਬਾਅਦ ਹੀ ਰੀਅਲ ਅਸਟੇਟ ਬਾਜ਼ਾਰ ਮੁੜ ਆਪਣੇ ਜਲਾਅ ਵਿੱਚ ਆ ਸਕਦਾ ਹੈ। ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਗਏ ਇੱਕ ਮਿਜ਼ਾਈਲ ਹਮਲੇ 'ਚ ਇੱਕ ਕੈਨੇਡੀਅਨ ਸਹਾਇਤਾ ਵਲੰਟੀਅਰ ਸਣੇ 2 ਵਲੰਟੀਅਰ ਦੀ ਮੌਤ ਹੋ ਗਈ। ਉੱਥੇ ਇਸ ਹਮਲੇ ਵਿੱਚ 2 ਹੋਰ ਸਹਾਇਤਾ ਵਲੰਟੀਅਰ ਵੀ ਜ਼ਖਮੀ ਹੋਏ ਸੀ। ਇਹ ਦੋਵੇਂ ਵਲੰਟੀਅਰ ਮਾਨਵਵਾਦੀ ਸਮੂਹ ਰੋਡ ਟੂ ਰਿਲੀਫ ਨਾਲ ਸੰਬੰਧਿਤ ਸਨ। ਰੋਡ ਟੂ ਰਿਲੀਫ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸਮੂਹ ਦੀ ਸਪੈਨਿਸ਼ ਡਾਇਰੈਕਟਰ ਐਮਾ ਅਤੇ ਕੈਨੇਡੀਅਨ ਸਹਿਕਰਮੀ ਐਂਥਨੀ ਇਹਾਂਟਾ ਦੀ ਸ਼ਨੀਵਾਰ ਨੂੰ ਉਸ ਵੇਲੇ ਮੌਤ ਹੋ ਗਈ ਜਦੋਂ ਉਹਨਾਂ ਦਾ ਵਾਹਨ ਵਖਮੁਕਤ ਵੱਲ ਨੂੰ ਜਾ ਰਿਹਾ ਸੀ। ਸਮੂਹ ਦਾ ਕਹਿਣਾ ਹੈ ਕਿ ਉਹ ਵਖਮੁਕਤ ਖੇਤਰ ਦੇ ਇਵਾਨੀਵਸਕੇ ਕਸਬੇ 'ਚ ਨਾਗਰਿਕਾਂ ਦੀ ਜਾਂਚ ਕਰਨ ਜਾ ਰਹੇ ਸੀ ਕਿ ਇਸੇ ਦੌਰਾਨ ਉਹਨਾਂ ਦੇ ਵਾਹਨ ਤੇ ਰੂਸੀ ਮਿਜ਼ਾਈਲ ਵੱਲੋਂ ਹਮਲਾ ਕੀਤਾ ਗਿਆ। ਇਹ ਹਮਲੇ ਦੀ ਖਬਰ ਪਹਿਲਾਂ ਹੀ ਆ ਚੁੱਕੀ ਸੀ। ਇੱਕ ਨਾਗਰਿਕ ਵਿੱਚ ਕੈਨੇਡਾ ਦਾ ਸੀ ਜਿਸ ਦੀ ਬਾਅਦ ਵਿੱਚ ਜਾਂਚ ਕੀਤੀ ਗਈ ਤੇ ਦੱਸਿਆ ਗਿਆ। ਐਤਵਾਰ ਨੂੰ ਵੈਨਕੂਵਰ ਵਿਖੇ ਮਨਾਏ ਜਾ ਰਹੇ ਲਾਈਟ ਅਪ ਚਾਈਨਾਟਾਊਨ ਫੈਸਟੀਵਲ 'ਚ ਹੋਈ ਚਾਕੂਬਾਜ਼ੀ 'ਚ 3 ਲੋਕ ਜ਼ਖਮੀ ਹੋ ਗਏ। ਵੈਨਕੂਵਰ ਪੁਲਿਸ ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਕਾਂਸਟੇਬਲ ਤਾਨੀਆ ਦੇ ਅਨੁਸਾਰ ਇਸ ਉਤਸਵ ਦੇ ਵਿੱਚ ਸ਼ਾਮਲ ਹੋਏ 3 ਲੋਕਾਂ ਤੇ ਕੋਲੰਬੀਆ ਤੇ ਕੀਫਰ ਸਟਰੀਟਸ ਵਿਖੇ ਸਟੇਜ ਨੇੜੇ ਇੱਕ ਅਜਨਬੀ ਵੱਲੋਂ ਹਮਲਾ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਨੇ। ਉਹਨਾਂ ਨੇ ਦੱਸਿਆ ਕਿ ਇਸ ਹਮਲੇ ਦੇ ਸੰਬੰਧ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹੈ, ਪਰ ਹਮਲੇ ਦਾ ਉਦੇਸ਼ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇਸ ਹਮਲੇ ਦੇ ਸੰਬੰਧ ਵਿੱਚ ਵੈਨਕੂਵਰ ਦੇ ਮੇਅਰ ਕੇਨ ਸਿਮ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਹਨਾਂ ਨੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਚੀਨੀ ਭਾਈਚਾਰੇ ਦੇ ਨਾਲ ਖੜੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਹਿੰਸਾ ਦੇ ਇਸ ਮੂਰਖਤਾਪੂਰਨ ਕੰਮ ਨਹੀਂ ਬਰਦਾਸ਼ਤ ਕਰਾਂਗੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਦਿਨ ਰਾਤ ਕੰਮ ਕਰਾਂਗੇ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ ਜੰਪਲ ਗਗਨਦੀਪ ਸਿੰਘ ਉਰਫ ਗੱਗੂ ਜੋ ਬੀਤੇ 6 ਸਤੰਬਰ ਨੂੰ ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ਤੇ ਇਸ ਉਮੀਦ ਨਾਲ ਉਤਰਿਆ ਸੀਗਾ ਕਿ ਉਹ ਆਪਣੇ ਮਾਪਿਆਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰੇਗਾ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਉਹ 10 ਸਤੰਬਰ ਨੂੰ ਕੈਨੇਡਾ ਦੇ ਓਨਟਾਰੀਓ ਦੇ ਸ਼ਹਿਰ ਬੈਰੀ ਵਿੱਚ ਚੰਗਾ ਭਲਾ ਗੱਲਾਂ ਕਰਦਾ ਅਚਾਨਕ ਸਦਾ ਲਈ ਸਦੀਵੀ ਵਿਛੋੜਾ ਦੇ ਗਿਆ। ਗਗਨਦੀਪ ਸਿੰਘ ਗੱਗੂ ਵਿਆਹਿਆ ਹੋਇਆ ਸੀ। ਉਹ ਪਿੰਡ ਨੌਲੀ ਦੇ ਜਲੰਧਰ ਤੋਂ ਪੰਜਾਬੀ ਟ੍ਰਿਬਿਊਨ ਦੇ ਉੱਗੇ ਪੱਤਰਕਾਰ ਪਾਲ ਸਿੰਘ ਨੌਲੀ ਦਾ ਚਚੇਰਾ ਭਰਾ ਸੀ। ਭਰੇ ਮਨ ਦੇ ਉਸਦੇ ਤਾਏ ਦੇ ਪੁੱਤਰ ਭਰਾ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਉਹ ਉਹਨਾਂ ਦਾ ਚਚੇਰਾ ਭਰਾ ਸੀ। ਅਚਾਨਕ ਹੀ ਉਸਦੀ ਮੌਤ ਦੀ ਮਨਹੂਸ ਖਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਏ। ਗੱਗੂ ਮਿਲਣਸਾਰ ਅਤੇ ਬੜੇ ਮਿਲਾਪੜੇ ਸੁਭਾਅ ਦਾ ਅਤੇ ਹਰੇਕ ਇਨਸਾਨ ਦਾ ਅਦਬ ਸਤਿਕਾਰ ਕਰਨ ਵਾਲਾ ਵਿਅਕਤੀ ਸੀ। ਉਹਨਾਂ ਨੇ ਆਪਣੇ ਭਰੇ ਮਨ ਦੇ ਨਾਲ ਦੱਸਿਆ ਕਿ ਜਦੋਂ ਇਹ ਦੁੱਖ ਭਰੀ ਖਬਰ ਪਿੰਡ ਨੌਲੀ ਪਹੁੰਚੀ ਤਾਂ ਗੱਗੂ ਦੀ ਮਾਤਾ ਦੇ ਜਿਹੜੇ ਹੰਝੂ ਸੀ ਉਹ ਦੇਖੇ ਨਹੀਂ ਜਾ ਸਕਦੇ ਸੀ, ਸੀਨਾ ਪਾਟ ਰਹੇ ਸੀ। ਮ੍ਰਿਤਕ ਦੇ ਤਾਏ ਦੇ ਪੁੱਤ ਉੱਗੇ ਪੱਤਰਕਾਰ ਪਾਲ ਸਿੰਘ ਨੌਲੀ ਦੇ ਭਰੇ ਹੋਏ ਮਨ ਨਾਲ ਦੱਸਿਆ ਕਿ ਗੱਗੂ ਆਪਣੇ ਬਾਪ ਦੇ ਸਿਰ ਚੜੇ ਕਰਜ਼ੇ ਨੂੰ ਉਤਾਰਨ ਦੇ ਲਈ ਕੈਨੇਡਾ ਗਿਆ ਸੀ, ਪਰ ਰੱਬ ਨੂੰ ਪਤਾ ਨਹੀਂ ਇਹੋ ਹੀ ਮਨਜ਼ੂਰ ਸੀ। ਅਫਰੀਕੀ ਦੇਸ਼ ਲੀਬੀਆ 'ਚ ਭਿਆਨਕ ਤੂਫਾਨ ਆਇਆ ਹੋਇਆ ਹੈ। ਭਿਆਨਕ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਦੇਸ਼ ਦੇ ਪੂਰਬੀ ਤੱਟੀ ਸ਼ਹਿਰ ਵਿੱਚ ਹੜ੍ਹ ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਨੇ। ਪੂਰਬੀ ਲੀਬੀਆ ਦੀ ਸੈਨਾ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਡੇਰਨਾ ਸ਼ਹਿਰ ਵਿੱਚ ਹੜ੍ਹ ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। 5000 ਤੋਂ 6000 ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਤੋਂ ਬਾਅਦ ਡੇਰਨਾ ਸ਼ਹਿਰ ਦੇ ਉੱਪਰਲੇ ਹਿੱਸਿਆਂ 'ਚ ਬਣੇ ਬੰਨ ਦੇ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਪੂਰਬੀ ਲੀਬੀਆ 'ਚ ਸਰਕਾਰ ਦੇ ਪ੍ਰਧਾਨ ਮੰਤਰੀ ਉਸਾਮਾ ਹਮਦ ਨੇ ਕਿਹਾ ਕਿ ਡੇਰਨਾ ਸ਼ਹਿਰ ਹੜ੍ਹ ਨਾਲ ਤਬਾਹ ਹੋ ਗਿਆ ਹੈ। 2000 ਲੋਕਾਂ ਦੀ ਮੌਤ ਦਾ ਖਦਸ਼ਾ ਹੈ ਅਤੇ ਹਜ਼ਾਰਾਂ ਹੋਰ ਲਾਪਤਾ ਦੱਸੇ ਜਾ ਰਹੇ ਨੇ। ਭੂ-ਮੱਧ ਸਾਗਰ ਤੂਫਾਨ ਡੈਨੀਅਲ ਦੀ ਮਾਰ ਹੇਠ ਆਉਣ ਤੋਂ ਬਾਅਦ ਤੱਟਵਰਤੀ ਸ਼ਹਿਰ ਡਰੇਨਾ ਨੂੰ ਆਫਤ ਖੇਤਰ ਘੋਸ਼ਿਤ ਕੀਤਾ ਗਿਆ ਹੈ।
ਪੂਰਬੀ ਲੀਬੀਆ ਸਰਕਾਰ ਦੇ ਸਿਹਤ ਮੰਤਰੀ ਉਸਮਾਨ ਅਬਦੁਲ ਜਲੀਲ ਨੇ ਸੋਮਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਦਾ ਐਲਾਨ ਕੀਤਾ। ਜਲੀਲ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਡੇਰਨਾ ਸ਼ਹਿਰ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਮੰਤਰੀ ਨੇ ਕਿਹਾ ਕਿ ਉੱਤਰ ਪੂਰਬੀ ਲੀਬੀਆ ਦੇ ਤੱਟੀ ਸ਼ਹਿਰ ਸੂਸਾ ਵਿੱਚ 7 ਹੋਰ ਲੋਕਾਂ ਦੇ ਮਾਰੇ ਜਾਣ ਦੀ ਵੀ ਸੂਚਨਾ ਹੈ। ਲੀਬੀਆ ਦੇ ਰੈੱਡ ਕ੍ਰਿਸੈਂਟ ਸਹਾਇਤਾ ਸਮੂਹ ਦੇ ਮੁਖੀ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਆਪਣੇ ਲੋਕਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹੈ। ਸਥਾਨਕ ਮੀਡੀਆ ਦੇ ਮੁਤਾਬਕ ਹੜ੍ਹ ਕਾਰਨ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪੂਰਬੀ ਲੀਬੀਆ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਘਰ ਅਤੇ ਹੋਰ ਜਾਇਦਾਦਾਂ ਤਬਾਹ ਹੋ ਗਈਆਂ ਨੇ। ਡੇਰਨਾ ਵਿੱਚ ਬਿਜਲੀ ਜਾਂ ਸੰਚਾਰ ਸੇਵਾਵਾਂ 'ਚ ਵਿਘਨ ਪਿਆ। ਪੂਰਬੀ ਲੀਬੀਆ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਉਸਾਮਾ ਹਮਦ ਨੇ ਸੋਮਵਾਰ ਨੂੰ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਦੇਸ਼ ਭਰ ਵਿੱਚ ਝੰਡੇ ਅੱਧੇ ਝੁਕੇ ਰੱਖਣ ਦਾ ਹੁਕਮ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਸ਼ਨੀਵਾਰ ਨੂੰ ਹੀ ਐਮਰਜੈਂਸੀ ਘੋਸ਼ਣਾ ਕਰ ਦਿੱਤੀ ਸੀ। ਤੂਫਾਨ ਤੋਂ ਪਹਿਲਾਂ ਸਾਵਧਾਨੀ ਵਜੋਂ ਸਕੂਲ ਬੰਦ ਕਰ ਦਿੱਤੇ ਗਏ। ਸਿੰਗਾਪੁਰ ਦੇ ਵਿੱਚ ਕੰਮ ਕਰਨ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖਬਰ ਹੈ। ਸਿੰਗਾਪੁਰ ਦੀ ਸਰਕਾਰ ਨੇ ਕਾਮਿਆਂ ਲਈ ਵੱਡਾ ਫੈਸਲਾ ਲਿਆ। ਇੱਥੋਂ ਦੇ ਮਨੁੱਖੀ ਸ਼ਕਤੀ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਨਿਰਮਾਣ, ਸਮੁੰਦਰੀ ਸ਼ਿਪਯਾਰਡ ਅਤੇ ਪ੍ਰਕਿਰਿਆ ਖੇਤਰਾਂ ਵਿੱਚ ਸਿੰਗਾਪੁਰ 'ਚ ਰਹਿ ਰਹੇ ਮਾਲਕਾਂ ਨੂੰ 19 ਸਤੰਬਰ ਤੋਂ ਆਪਣੇ ਨਵੇਂ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੀ ਆਗਿਆ ਦੇਣ ਤੋਂ ਪਹਿਲਾਂ ਸਵੀਕਾਰਯੋਗ ਰਿਹਾਇਸ਼ ਦਾ ਸਬੂਤ ਦੇਣਾ ਹੋਏਗਾ। ਇੱਕ ਰਿਪੋਰਟ ਦੇ ਅਨੁਸਾਰ ਨਵੀਂ ਰਿਹਾਇਸ਼ ਦੀ ਸ਼ਰਤ ਮੌਜੂਦਾ ਵਰਕ ਪਰਮਿਟ ਦੀ ਮਨਜ਼ੂਰੀ ਤੋਂ ਇਲਾਵਾ ਆਉਂਦੀ ਹੈ, ਕਿਉਂਕਿ ਇਨ੍ਹਾਂ ਸੈਕਟਰਾਂ ਵਿੱਚ ਵਰਕ ਪਰਮਿਟ ਧਾਰਕਾਂ ਦੀ ਗਿਣਤੀ ਪੂਰਬ ਮਹਾਮਾਰੀ ਦੇ ਪੱਧਰ ਤੋਂ ਉੱਪਰ ਹੈ। MOM ਦੀ ਵੈਬਸਾਈਟ ਦੇ ਅਨੁਸਾਰ ਦਸੰਬਰ 2022 ਤੱਕ ਉਸਾਰੀ ਸਮੁੰਦਰੀ ਸ਼ਿਪਯਾਰਡ ਅਤੇ ਪ੍ਰਕਿਰਿਆ ਖੇਤਰਾਂ 'ਚ ਭਾਰਤੀਆਂ ਸਮੇਤ 4,15,000 ਵਰਕ ਪਰਮਿਟ ਧਾਰਕ ਸਨ, ਜੋ ਕਿ ਸਿੰਗਾਪੁਰ ਦੇ ਵਿਦੇਸ਼ੀ ਕਰਮਚਾਰੀਆਂ ਦਾ ਲਗਭਗ 29% ਬਣਦਾ ਹੈ। ਨਵੀਨਤਮ ਜ਼ਰੂਰਤ ਕੇਵਲ ਗੈਰ ਮਲੇਸ਼ੀਆ ਕਾਮਿਆਂ ਲਈ ਹੈ, ਕਿਉਂਕਿ ਉਹਨਾਂ ਦੇ ਕੋਲ ਗੁਆਂਢੀ ਦੱਖਣੀ ਮਲੇਸ਼ੀਆ ਰਾਜ ਦੀ ਰਾਜਧਾਨੀ ਜੋਹਰ ਬਾਰੂ ਵਿੱਚ ਘਰ ਵਾਪਸ ਜਾਣ ਦਾ ਵਿਕਲਪ ਹੈ। ਮੰਤਰਾਲਾ ਨੇ ਇੱਕ ਪ੍ਰੈਸ ਵਿੱਚ ਕਿਹਾ ਹੈ ਕਿ MOM ਸਿੰਗਾਪੁਰ ਵਿੱਚ ਕਾਮਿਆਂ ਦੇ ਦਾਖਲੇ ਦੀ ਸਹੂਲਤ ਦੇ ਰਹੀ ਹੈ ਤਾਂ ਜੋ ਰੁਜ਼ਗਾਰਦਾਤਾਵਾਂ ਨੂੰ ਕੋਵਿਡ-19 ਮਹਾਮਾਰੀ ਕਾਰਨ ਦੇਰੀ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ ਜਾ ਸਕੇ। ਇਸ ਵਿੱਚ ਕਿਹਾ ਗਿਆ ਹੈ ਕਿ ਨਤੀਜੇ ਵਜੋਂ ਜੁਲਾਈ 2023 ਵਿੱਚ ਨਿਰਮਾਣ, ਸਮੁੰਦਰੀ ਸ਼ਿਪਯਾਰਡ ਅਤੇ ਪ੍ਰਕਿਰਿਆ ਖੇਤਰਾਂ 'ਚ ਵਰਕ ਪਰਮਿਟ ਧਾਰਕਾਂ ਦੀ ਗਿਣਤੀ ਪ੍ਰੀ-ਕੋਵਿਡ ਪੱਧਰਾਂ ਨਾਲੋਂ 19% ਵੱਧ ਸੀ। ਇਸ ਦੇ ਨਾਲ ਹੀ ਸਰਕਾਰ ਡੋਰਮੇਟਰੀ ਬੈੱਡ ਦੀ ਸਪਲਾਈ ਵਧਾਉਣ ਦੇ ਲਈ ਉਦਯੋਗ ਨਾਲ ਕੰਮ ਕਰ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।